Next topic is application of conductivity in daily life. First application is cooking utensils are provided with wooden handles. Because wood is a poor conductor of heat, the hot utensils can be easily handled from wooden handle and our hands are saved from burning. Next is in winter metallic handles of a wooden door appear colder because it is a good conductor. Heat flows from our body to the handle. ਸੋ ਕਈ ਵਾਰੀ ਅਸੀਂ ਦੇਖਦੇ ਹਾਂ ਨਾ ਕਿ ਜਿਵੇਂ ਅਸੀਂ ਡੈਸਕ 'ਤੇ ਜਾਂ ਚੇਅਰ 'ਤੇ ਬੈਠ ਜਾਂਦੇ ਹਾਂ ਹੈ ਨਾ, ਪਹਿਲਾਂ ਉਹ ਗਰਮ ਹੁੰਦੀ ਆ, ਹੌਲੀ ਹੌਲੀ ਮੀਨਸ ਕਿ ਉਹਦਾ ਟੈਂਪਰੇਚਰ ਨੋਰਮਲ ਹੋ ਜਾਂਦਾ। ਕਿਉਂ ਹੋ ਜਾਂਦਾ? ਕਿਉਂਕਿ ਸਾਡੀ ਉਸ ਟਾਈਮ 'ਤੇ ਉਹ ਚੇਅਰ ਜਿਹੜੀ ਆ ਉਹਦਾ ਟੈਂਪਰੇਚਰ ਘੱਟ ਹੁੰਦਾ ਅਤੇ ਸਾਡੀ ਬੋਡੀ ਦਾ ਟੈਂਪਰੇਚਰ ਜ਼ਿਆਦਾ ਹੁੰਦਾ। ਸੋ ਹੀਟ ਕਿੱਥੋਂ ਫਲੋ ਕਰਦੀ ਹੈ? ਸਾਡੀ ਬੋਡੀ ਤੋਂ ਚੇਅਰ ਵੱਲ ਫਲੋ ਕਰਦੀ ਹੈ। ਠੀਕ ਆ, ਸਮਝ ਲੱਗੀ? ਸੋ ਇਹ ਐਪਲੀਕੇਸ਼ਨਸ ਹੈਗੀਆਂ ਨੇ। ਨੈਕਸਟ ਹੈਗਾ ਨਿਊਟਨਸ ਲਾਅ ਆਫ ਕੂਲਿੰਗ। ਨਿਊਟਨਸ ਲਾਅ ਆਫ ਕੂਲਿੰਗ ਬਹੁਤ ਇੰਪੋਰਟੈਂਟ ਲਾਅ ਹੈ। ਜਿਵੇਂ ਇਹਦੀ ਐਗਜ਼ਾਮਪਲ ਮੈਂ ਦੇਖਦਾ ਕਿ ਜਿਵੇਂ ਆਪਾਂ ਇੱਕ ਚਾਹ ਦਾ ਗਰਮ ਕੱਪ ਆਪਾਂ ਰੱਖ ਦਿੰਦੇ ਹਾਂ ਟੇਬਲ 'ਤੇ, ਹੌਲੀ ਹੌਲੀ ਕੀ ਹੁੰਦਾ, ਉਹ ਚਾਹ ਗਰਮ ਹੋਣੀ ਸ਼ੁਰੂ ਹੋ ਜਾਂਦੀ, ਠੰਡੀ ਹੋਣੀ ਸ਼ੁਰੂ ਹੋ ਜਾਂਦੀ ਆ। ਉਹਦਾ ਰੀਜ਼ਨ ਕੀ ਹੁੰਦਾ ਕਿ ਜਿਹੜੀ ਹੀਟ ਆ ਉਹ ਕਿੱਧਰ ਨੂੰ ਟਰਾਂਸਫਰ ਹੋਣਾ ਸ਼ੁਰੂ ਹੋ ਜਾਂਦੀ ਹੈ। ਹੁਣ ਕੱਪ ਆ ਤੁਹਾਡਾ ਹੈ ਨਾ, ਉਹਦਾ ਟੈਂਪਰੇਚਰ ਜ਼ਿਆਦਾ ਹੈ ਨਾ, ਉਹਦਾ ਟੀ ਦਾ, ਅਤੇ ਸਰਾਊਂਡਿੰਗ ਦਾ ਟੈਂਪਰੇਚਰ ਉਹਦੇ ਕੰਪੈਰੇਟਿਵਲੀ ਘੱਟ ਆ। ਹੁਣ ਹੀਟ ਕਿੱਥੋਂ ਟਰਾਂਸਫਰ ਹੋਣੀ ਆ ਹੈ ਨਾ? ਉਹ ਕੱਪ ਤੋਂ ਸਰਾਊਂਡਿੰਗ 'ਚ ਟਰਾਂਸਫਰ ਹੋਣੀ ਆ। ਮੀਨਸ ਫਰੋਮ ਹੌਟ ਬੋਡੀ ਟੂ ਕੋਲਡ ਬੋਡੀ। ਮਤਲਬ ਹੀਟ ਕਿੱਥੋਂ ਟਰਾਂਸਫਰ ਹੁੰਦੀ ਹੈ? ਬੋਡੀ ਐਟ ਹਾਇਰ ਟੈਂਪਰੇਚਰ ਟੂ ਦਾ ਬੋਡੀ ਐਟ ਲੋ ਟੈਂਪਰੇਚਰ। ਸੋ ਹੌਲੀ ਹੌਲੀ ਕੀ ਹੋਣੀਆਂ ਨੇ, ਹੀਟ ਲੋਸਟ ਕਰਨੀ ਸ਼ੁਰੂ ਕਰ ਦੇਣੀ ਹੈ। ਕਿਹਨੂੰ? ਸਰਾਊਂਡਿੰਗ ਨੂੰ। ਕਦੋਂ ਤੱਕ ਹੁੰਦੀ ਰਹਿਣੀ? ਜਦੋਂ ਤੱਕ ਦੋਨਾਂ ਦਾ ਟੈਂਪਰੇਚਰ ਸੇਮ ਨਹੀਂ ਹੋ ਜਾਂਦਾ। ਠੀਕ ਆ, ਸੋ ਇਹ ਨਿਊਟਨ ਲਾਅ ਕਰਨ ਲੱਗੇ। ਹੁਣ ਕਿੰਨੀ ਹੀਟ ਐਕਸਚੇਂਜ ਹੁੰਦੀ ਹੈ ਸਰਾਊਂਡਿੰਗ ਨੂੰ, ਕਿਹਦੇ 'ਤੇ ਡਿਪੈਂਡ ਕਰਦੀ ਹੈ? ਆਪਾਂ ਨਿਊਟਨ ਲਾਅ ਆਫ ਕੂਲਿੰਗ ਕਰਾਂਗੇ। ਠੀਕ ਹੈ ਜੀ, ਇਹ ਤੁਹਾਡਾ ਨਾ ਐਕਸਪੈਰੀਮੈਂਟ ਆ, ਉਹਦੇ ਵਿੱਚ ਤੁਹਾਨੂੰ ਦੱਸ ਦਾਂਗੇ। ਹੁਣ ਨੈਕਸਟ ਕਰੀਏ ਇਹਦਾ। ਹਾਂਜੀ, ਇਹ ਗ੍ਰਾਫ ਹੈਗਾ ਸਟੂਡੈਂਟਸ। ਟੀ ਟੈਂਪਰੇਚਰ ਹੈਗਾ ਬੋਡੀ ਦਾ ਅਤੇ ਟੀ ਨੋਟ ਹੈਗਾ ਟੈਂਪਰੇਚਰ ਸਰਾਊਂਡਿੰਗ ਦਾ। ਜਦੋਂ ਗ੍ਰਾਫ ਬਣਾਇਆ ਸੀ ਟਾਈਮ ਅਤੇ ਟੈਂਪਰੇਚਰ ਡਿਫਰੈਂਸ ਕਿੱਦਾਂ ਦਾ ਗ੍ਰਾਫ ਆਇਆ? ਆਹ ਦੇਖੋ, ਹੌਲੀ ਹੌਲੀ ਜਿਵੇਂ ਟਾਈਮ ਇਨਕਰੀਜ਼ ਹੋਈ ਜਾ ਰਿਹਾ, ਇਹਦਾ ਟੈਂਪਰੇਚਰ ਡਿਫਰੈਂਸ ਆ ਘਟਦਾ ਜਾ ਰਿਹਾ। ਇੱਕ ਟਾਈਮ ਨਾਲ ਟੈਂਪਰੇਚਰ ਡਿਫਰੈਂਸ ਕੀ ਹੋ ਜਾਣਾ? ਜ਼ੀਰੋ ਹੋ ਜਾਣਾ। ਮਤਲਬ ਜ਼ੀਰੋ ਨਹੀਂ ਹੋਣਾ, ਅਪਰੋਕਸੀਮੇਟਲੀ ਜ਼ੀਰੋ ਦੇ ਲਾਗੇ ਚੱਲ ਜਾਣਾ। ਠੀਕ ਆ, ਮਤਲਬ ਉਸ ਟਾਈਮ 'ਤੇ ਹੀਟ ਟਰਾਂਸਫਰ ਨਹੀਂ ਹੋਣੀ। ਫਿਰ ਜਦੋਂ ਦੋ ਬਾਡੀ ਦਾ ਟੈਂਪਰੇਚਰ ਸੇਮ ਹੋਵੇ, ਹੀਟ ਟਰਾਂਸਫਰ ਨਹੀਂ ਹੁੰਦੀ। ਉਦੋਂ ਹੀ ਹੋਣੀ ਹੈ ਜਦੋਂ ਟੈਂਪਰੇਚਰ ਡਿਫਰੈਂਸ ਹੈਗਾ। ਹੁਣ ਕਿੰਨੀ ਹੀਟ ਲੋਸਟ ਹੋ ਰਹੀ ਆ ਸਰਾਊਂਡਿੰਗ ਨੂੰ, ਉਹ ਕਿਹਦੇ ਡਾਇਰੈਕਟਲੀ ਪ੍ਰਪੋਰਸ਼ਨਲ ਆ? ਇਹ ਹੈਗਾ ਰੇਟ ਆਫ ਲੋਸ ਆਫ ਹੀਟ। ਸੋ ਨਿਊਟਨ ਲਾਅ ਆਫ ਕੂਲਿੰਗ ਕੀ ਕਹਿੰਦਾ? ਨਿਊਟਨਸ ਲਾਅ ਆਫ ਕੂਲਿੰਗ ਸਟੇਟਸ ਦੈਟ the rate of loss of heat of a body is directly proportional to the difference in temperature of body and the surrounding, provided the difference in temperature is small, not more than 40 degree Celsius. Newton's law of cooling states the rate of loss of heat of body the surrounding is directly proportional to the temperature difference, directly proportional to the difference in temperature of body and the surrounding, provided the difference in temperature is small, not more than 40 degree Celsius. ਐ ਤੁਹਾਡੇ ਇਹ ਕੰਟੇਨਰ ਆ, ਇਹਦੇ 'ਚ ਕੋਈ ਵਾਟਰ ਹੀ ਪਾਇਆ। ਠੀਕ ਆ, ਇਹਨੂੰ ਹੀਟ ਕੀਤਾ, ਇਹਦਾ ਟੈਂਪਰੇਚਰ ਟੀ ਆ, ਇਹ ਸਰਾਊਂਡਿੰਗ ਦਾ ਟੈਂਪਰੇਚਰ ਟੀ ਨੋਟ ਆ। ਟੈਂਪਰੇਚਰ ਡਿਫਰੈਂਸ ਕਿੰਨਾ ਹੋ ਗਿਆ? ਟੀ ਮਾਈਨਸ ਟੀ ਨੋਟ ਹੈ ਨਾ। ਇਹ ਕਿਹਦਾ ਟੈਂਪਰੇਚਰ ਹੈਗਾ? ਸਰਾਊਂਡਿੰਗ। ਠੀਕ ਆ, ਸੋ ਟੀ ਕੀ ਹੈਗਾ? ਗ੍ਰੇਟਰ ਦੈਨ ਟੀ ਨੋਟ। ਠੀਕ ਆ, ਹੁਣ ਕਿੰਨੀ ਹੀਟ ਲੋਸਟ ਹੋ ਰਹੀ ਆ ਸਰਾਊਂਡਿੰਗ ਨੂੰ? ਡੀ ਕਿਊ ਓਵਰ ਡੀ ਟੀ, ਟੀ ਟਾਈਮ ਦੇ ਨਾਲ। ਠੀਕ ਆ, ਕਿੰਨੀ ਹੀਟ ਲੋਸਟ ਹੋ ਰਹੀ? ਮਾਈਨਸ ਸਾਈਨ ਤਾਂ ਲੱਗਾ ਕਿਉਂਕਿ ਹੀਟ ਲੋਸਟ ਹੋ ਰਹੀ ਹੈ ਸਰਾਊਂਡਿੰਗ ਨੂੰ। ਇਹ ਕਿਹਦੇ ਡਾਇਰੈਕਟਿਵ ਪ੍ਰਪੋਰਸ਼ਨਲ ਹੈਗੀ ਆ? ਟੀ ਮਾਈਨਸ ਟੀ ਨੋਟ। ਕੀ ਹਮੇਸ਼ਾ ਇਹ ਜਿਹੜੀ ਹੀਟ ਲੋਸਟ ਹੋ ਰਹੀ ਸਰਾਊਂਡਿੰਗ ਨੂੰ, ਇਹਦਾ ਰੇਟ ਸੇਮ ਰਹੇਗਾ? ਨਹੀਂ ਰਹੇਗਾ, ਕਿਉਂਕਿ ਦੇਖੋ ਪਹਿਲਾਂ ਟੈਂਪਰੇਚਰ ਫੋਰ ਐਗਜ਼ਾਮਪਲ ਲਾ ਲਓ ਜਿਵੇਂ ਹੈਗਾ 100 ਡਿਗਰੀ ਸੈਲਸੀਅਸ। ਠੀਕ ਆ, ਇਹ ਬੋਡੀ ਦਾ ਸਰਾਊਂਡਿੰਗ ਦਾ ਟੈਂਪਰੇਚਰ ਹੈਗਾ ਫੋਰ ਐਗਜ਼ਾਮਪਲ 30 ਡਿਗਰੀ ਸੈਲਸੀਅਸ। ਕਿੰਨਾ ਟੈਂਪਰੇਚਰ ਡਿਫਰੈਂਸ ਹੋ ਗਿਆ? 70 ਡਿਗਰੀ ਸੈਲਸੀਅਸ। ਫਿਰ ਇਹਦਾ ਟੈਂਪਰੇਚਰ ਘੱਟ ਗਿਆ, ਫੋਰ ਐਗਜ਼ਾਮਪਲ ਲਾ ਲਓ 90 ਡਿਗਰੀ ਸੈਲਸੀਅਸ।
सराउंडिंग का तो सेम ही रहना 30 कितना आ गया 60 डिग्री सैल्सियस मतलब रेट डिक्रीज़ हो रहा मतलब शुरू ਦੇ ਵਿੱਚ ਹੀਟ ज़्यादा लॉस्ट होएगी सराउंडिंग ਨੂੰ ज़्यादा फास्ट लॉस्ट होएगी तो हौली हौली क्या कि की होएगा कि जी हीट सराउंडिंग लॉस्ट होगी वो घटती जाएगी ठीक है समझ लगी सो देयर विल बी लॉस्ट ऑफ हीट बाय द बॉडी लेट डी क्यू बी द अमाउंट ऑफ हीट लॉस्ट बाय बॉडी इन टाइम डी टी मतलब कितनी डी क्यू हीट लॉस्ट होगी सराउंडिंग में कितने टाइम डी टी चो कि डायरैक्टली प्रोपोर्शनल है टी माइनस टी नॉट मतलब टैंपरेचर डिफरेंस दे प्रोपोर्शनलिटी साइन हटाया क्या गया कॉन्सटेंट के टी माइनस टी नॉट ਹੁਣ ਤੁਹਾਨੂੰ ਪਤਾ ਕਿਊ ਕਿਹਦੇ ਇਕੁਅਲ ਹੁੰਦਾ ਜਿਹੜੀ ਹੀਟ ਆ ਕਿਹਦੇ ਇਕੁਅਲ ਹੁੰਦੇ ਨੇ ਤੁਹਾਨੂੰ ਫਾਰਮੂਲਾ ਪਹਿਲਾਂ ਵੀ ਕਰਵਾ ਚੁੱਕੇ ਆ ਮਾਸ ਇਨਟੂ ਸਪੈਸੀਫਿਕ ਹੀਟ ਇਨਟੂ ਟੈਂਪਰੇਚਰ ਤੇ ਇੱਥੇ ਕਿਊ ਦੀ ਵੈਲਿਊ ਪੁੱਟ ਕਰ ਦਈਏ ਐਮ ਐਸ ਡੀ ਟੀ ਹੁਣ ਐਮ ਐਸ ਕੌਂਸਟੈਂਟ ਆ ਇਹ ਬਾਹਰ ਆ ਗਿਆ ਇਹਨੇ ਨੀਚੇ ਚੱਲ ਜਾਣਾ अंदर क्या रहना डी टी ओवर डी टी इक्वल टू के टी माइनस टी नॉट आ गया ठीक है यह की आ गया फिर ये कॉन्सटेंट ही रहना ये फिर कॉन्सटेंट आ गया अनदर कॉन्सटेंट सो डी टी ओवर डी टी की हैगा टी की हैगा टैंपरेचर बॉडी का टैंपरेचर ही ना रेट ऑफ फॉल ऑफ टैंपरेचर ऑफ द बॉडी रेट मतलब कितनी फास्ट टैंपरेचर लॉस्ट हो रहा सराउंडिंग में मतलब लॉस्ट नहीं हो रहा कितनी छेती टैंपरेचर फॉल हो रहा ठीक है कि डायरेक्टिव प्रोपोर्शनल है टैंपरेचर डिफरेंस का ही है ना ठीक है एक तो फार्मूला तो यह आ गया दूजा फार्मूला यह आ गया ठीक है ठीक है जी सो की है तो डी टी वाला है डी टी ओवर डी टी इज इक्वल टू के टी माइनस टी नॉट ਹੁਣ ਇਹ डी टी है ना इनू डी टी माइनस टी नॉट में नीचे लाओ इधर क्या आ गया के डी टी आ गया ਹੁਣ देखो डी टी वेरी हो रहा ना फॉर एग्जाम्पल ਤੁਹਾਡੀ बॉडी का कितने टैंपरेचर है पहला T1 बाद में हो जाता टैंपरेचर T2 है ना बॉडी का ਇਹਦਾ T1 तो T2 टाइम 0 तो T तक ठीक है ਹੁਣ ਕੀ कर देनी ਇਹਦੀ इंटीग्रेशन हो जानी है ठीक है जो तुम इंटीग्रेशन नहीं होती तो सीधा रिजल्ट याद रख सकते हैं क्लीयर जो तुम दिक्कत आती है 3026 log 10 टी माइनस टी नॉट ओवर T2 माइनस टी नॉट इज इक्वल टू के इंटू टी ठीक है यह फार्मूला सीधा तुम याद रख सकते हैं हम जो नैक्सट एक होर तुम ਇਹਨੂੰ ਕਿਵੇਂ ਲਿਖ ਸਕਦੇ ਹਾਂ डी टी ओवर डी टी इज इक्वल टू माइनस के टी माइनस टी नॉट सी ना जिवें फॉर एग्जाम्पल तुहानूं कहंदे कि सराउंडिंग का टैंपरेचर टी नॉट आ बॉडी का टैंपरेचर पहला T1 आ बाद चों हो जांदा T2 है ना इदां आ जांदा तुहानूं क्वेश्चन तुहानूं कुछ भी पुछ लैंदे आ ते इहनूं किवें मॉडिफाई करना देखो ਇਹ ਜਿਹੜਾ डी टी है की है टैंपरेचर डिफरेंस आ जाना फिर डी टी इज इक्वल टू T1 माइनस T2 ते ਇਹ ਜਿਹੜਾ T आ ਇਹ किहदे कोल आ जाना T1 प्लस T2 बाय 2 मेन वैल्यू ठीक है सो इतने पुट करके इन्हूं इदां भी लिख सकते हैं T1 माइनस T2 ओवर डी टी इज इक्वल टू माइनस के T1 प्लस T2 बाय 2 माइनस टी नॉट समझ लगी ठीक है स्टूडेंट्स तो मैं तुहानूं एक क्वेश्चन कराउणा देखो उन्होंने कहा लिक्विड कंटेन्ड इन बीकर कूल्स फ्रॉम 80 डिग्री सैल्सियस टू 60 डिग्री सैल्सियस इन 10 मिनट्स मतलब उसका टैंपरेचर पहले कितना है T1 80 डिग्री सैल्सियस T2 फिर कितना टैंपरेचर हो गया 10 मिनटों बाद 60 डिग्री सैल्सियस इफ़ द टैंपरेचर ऑफ द सराउंडिंग 30 डिग्री सैल्सियस फाइंड द टाइम इट विल टेक टू कूल फर्दर टू 48 डिग्री सैल्सियस हेयर कूलिंग टेक प्लेस अकॉर्डिंग टू द न्यूटन लॉ ऑफ कूलिंग ठीक है जी हुण इहनूं करना किवें देखो आप रेंज लिख लेने पहला टैंपरेचर कितना है T1 कितना है 80 डिग्री सैल्सियस फिर T2 कितना आ गया 60 डिग्री सैल्सियस फिर T3 कितना आ गया कितने टैंपरेचर चला गया 48 डिग्री सैल्सियस इनू इतों आने कितना टाइम लगता 10 मिनट हम सराउंडिंग का कितना टैंपरेचर
टी नॉट कितना 30 डिग्री सैल्सियस। देखो ये सब तो पहला के की वैल्यू कैलकुलेट करांगे। के दी जिवें तुसीं करना चाहुंदे कर लो, देख लें आप इक्वेशन बना लेंगे हैं। कितना टाइम 10 मिनट ठीक है। पहला T1 माइनस T2 है ना, कितना टाइम लगता 80 माइनस 60 हुण कितना टाइम लगता है 10 मिनट इज इक्वल टू माइनस के T1 प्लस T2 80 प्लस 60 बाय 2 माइनस टी नॉट कितना ही 30 डिग्री सैल्सियस। पता ना पहले इन्हें सॉल्व करके फिर माइनस करना। दूजी इक्वेशन की बनेगी फिर इन्हें T1 होना इन्हें T2 होना की बनेगा टेम्परेचर डिफरेंस की आएगा। नेक्स्ट क्वेश्चन की बनेगी 60 डिग्री माइनस 48 ओवर टाइम T इज इक्वल टू माइनस के हुण T1 प्लस T2 कितना आना सॉरी मीन कितना आना इन्हों 60 प्लस 48 बाय 2 माइनस सराउंडिंग द टेम्परेचर। इक्वेशन 1 बन गई, इक्वेशन 2 बन गई, इन्हू सॉल्व कर लेना। इक्वेशन 2 ਨੂੰ इक्वेशन 1 ਨਾਲ ਕੀ कर देना डिवाइड ਤੁਹਾਡੀ की वैल्यू आ जाएगी टी की वैल्यू आ जाएगी। ठीक है जी, इस तरीके ਨਾਲ करना क्वेश्चन। ठीक है जी, सो कूलिंग का टैंपरेचर है एक्सपैरीमेंटल वेरीफिकेशन न्यूटन ऑफ कूलिंग ये मैं वीडियो पा दाँगा तुहानूं। ठीक है, ये तुसीं कर लेना, समझ लग गई।